ਸਰ ਸਤੰਬਰ 'ਚ ਲਗਾਤਾਰ ਮਾਹਰਾਂ ਵੱਲੋਂ ਕਿਹਾ ਜਾ ਰਿਹਾ ਕਿ ਪੀਕ ਆਏਗੀ ਕਰੋਨਾ ਵਾਇਰਸ ਦੇ ਕੇਸਾਂ ਦੀ। ਉਹ ਸਰ ਕਿਸ ਤਰ੍ਹਾਂ ਮਤਲਬ ਕੀ ਉਹਦੇ ਪਿੱਛੇ ਕਾਰਨ ਰਹਿਣਗੇ ਪੀਕ ਦੇ? ਕਿਤੇ ਜਿਸ ਤਰ੍ਹਾਂ ਹੁਣ ਮੌਨਸੂਨ ਤੋਂ ਬਾਅਦ ਡੇਂਗੂ ਚਿਕਨਗੁਨੀਆ ਆਉਂਦਾ, ਉਹਨਾਂ ਕਰਕੇ ਤਾਂ ਨਹੀਂ ਮਾਹਰ ਕਹਿ ਰਹੇ ਕਿ ਜਦੋਂ ਦੋਨੋਂ ਬਿਮਾਰੀਆਂ ਨਾਲ ਰਲ ਜਾਣਗੀਆਂ ਇਸੇ ਕਰਕੇ ਪੀਕ ਆਏਗੀ? ਪੀਕ ਦੀ ਇੰਪੋਰਟੈਂਸ ਕਿਉਂ ਹੈ? ਕਿਉਂਕਿ ਤੁਹਾਡੇ ਇੱਕਦਮ ਨੰਬਰ ਵੱਧਦੇ ਨੇ ਤੇ ਤੁਹਾਡੀ ਉਹਦੀ ਪ੍ਰੋਪੋਰਸ਼ਨੇਟ ਸੀਰੀਅਸ ਮਰੀਜ਼ ਵੀ ਆਉਂਦੇ ਆ ਤੇ ਹਸਪੀਟਲ 'ਚ ਓਵਰ ਕਰਾਊਡਿੰਗ ਹੋ ਜਾਂਦੀ ਹੈ। ਬਟ ਇਹ ਹੋਇਆ ਸਾਡੇ ਨਾਲ ਵੀ ਹੋਇਆ ਪੰਜਾਬ ਦੇ ਵਿੱਚ। ਪਰ ਪਿਛਲੇ 2 ਹਫ਼ਤਿਆਂ ਤੋਂ ਮੇਰੇ ਖਿਆਲ ਪ੍ਰਾਈਵੇਟ ਸੈਕਟਰ ਤੇ ਗਵਰਨਮੈਂਟ ਸੈਕਟਰ ਨੇ ਮਿਲ ਕੇ ਬੈੱਡ ਕਪੈਸਿਟੀ, ਜੇ ਅਸੀਂ ਲੁਧਿਆਣੇ ਦੀ ਗੱਲ ਕਰੀਏ ਤਾਂ ਆਲਮੋਸਟ 4-5 ਗੁਣਾ ਵੱਧ ਗਈ ਹੈ। ਸੋ ਜਿਹੜੇ ਸੀਰੀਅਸ ਮਰੀਜ਼ ਵਾਸਤੇ ਉਹਨਾਂ ਲਈ ਐਬਜ਼ੌਰਪਸ਼ਨ ਹੈ ਤੇ ਉਹਦੇ ਵਾਸਤੇ ਇੱਕ ਹਸਪੀਟਲ ਬੈੱਡ ਮੈਨੇਜਮੈਂਟ ਐਪ ਵੀ ਹੈ। ਤੁਸੀਂ ਆਨਲਾਈਨ ਵੀ ਪਤਾ ਕਰ ਸਕਦੇ ਹੋ ਕਿ ਬੈੱਡ ਕਿੱਥੇ ਖਾਲੀ ਹੈ ਤੇ ਉੱਥੇ ਜਾ ਸਕਦੇ ਹੋ। ਜੇ ਅਸੀਂ ਵੇਟ ਕਰਦੇ ਰਹੇ ਵੀ ਪੀਕ ਹੋ ਗਈ, ਫਿਰ ਉੱਦਾਂ ਹੀ ਘੁੰਮਣਾ ਫਿਰਨਾ ਸ਼ੁਰੂ ਕਰਤਾ, ਪਾਰਟੀਆਂ ਸ਼ੁਰੂ ਕਰਤੀਆਂ, ਮਾਸਕ ਨਾ ਪਾਉਣਾ ਸ਼ੁਰੂ ਕੀਤਾ, ਇਹ ਦੁਬਾਰਾ ਆ ਜਾਏਗੀ। ਕਰੋਨਾ ਵਾਇਰਸ ਦੇ ਕੇਸ ਲਗਾਤਾਰ ਦਿਨੋਂ ਦਿਨ ਵੱਧ ਰਹੇ ਨੇ, ਪੇਸ਼ੈਂਟਸ ਠੀਕ ਵੀ ਹੋ ਰਹੇ ਨੇ। ਚਿੰਤਾ ਦੀ ਗੱਲ ਬਣੀ ਹੋਈ ਹੈ ਕਰੋਨਾ ਕਾਰਨ ਹੋ ਰਹੀਆਂ ਮੌਤਾਂ, ਉਹ ਕਿਸ ਤਰ੍ਹਾਂ ਸਰ ਕੰਟਰੋਲ ਹੋਏਗਾ? ਸੋ ਮੈਨੂੰ ਸਾਰੇ ਲੋਕਾਂ ਨੂੰ ਇਹੀ ਅਪੀਲ ਹੈ ਕਿ ਜਿਨ੍ਹਾਂ ਨੂੰ ਸਿੰਪਟਮ ਹੈ ਅਰਲੀ ਟੈਸਟਿੰਗ ਕਰਾਉਣ, ਅਰਲੀ ਆਪਣੇ ਡਾਕਟਰ ਦੀ ਸਲਾਹ ਲੈਣ ਤੇ ਜੇ ਦਾਖਲ ਹੋਣ ਦੀ ਵੀ ਲੋੜ ਹੈ ਤਾਂ ਜਲਦੀ ਹੋਣ, ਤੇ ਜਲਦੀ ਦਾਖਲ ਹੋਣਗੇ ਜਲਦੀ ਠੀਕ ਹੋਣਗੇ ਤੇ ਡੈਥ ਰੇਟ ਕਾਫੀ ਜ਼ਿਆਦਾ ਘੱਟ ਜਾਏਗੀ। ਇਸ ਟਾਈਮ ਸਾਨੂੰ ਲੋਕਡਾਊਨ ਦੀ ਅੱਜ ਦੀ ਘੜੀ ਤਾਂ ਲੋੜ ਨਹੀਂ ਹੈ, ਪਰ ਜੇ ਬਿਮਾਰੀ ਹੱਥੋਂ ਹੀ, ਕੱਲ੍ਹ ਦਾ ਕੁਝ ਨਹੀਂ ਪਤਾ, ਬਿਮਾਰੀ ਹੱਥੋਂ ਬਾਹਰ ਵੜ ਗਈ ਤਾਂ ਲੋਕਡਾਊਨ ਲਗਾਉਣਾ ਪੈ ਸਕਦਾ ਹੈ। ਪਰੰਤੂ ਜੇ ਸ਼ਹਿਰ ਵਾਸੀ ਜਾਂ ਲੋਕ ਪੰਜਾਬ ਦੇ ਹਲੇ ਵੀ ਸਮਝ ਜਾਣ, ਪ੍ਰੀਵੈਂਸ਼ਨ ਵੱਲ ਧਿਆਨ ਰੱਖਣ, ਪ੍ਰੋਪਰ ਮਾਸਕਿੰਗ ਰੱਖਣ, ਸੋਸ਼ਲ ਡਿਸਟੈਂਸਿੰਗ ਰੱਖਣ, ਓਵਰ ਕਰਾਊਡਿੰਗ ਨਾ ਕਰਨ, ਅਰਲੀ ਟੈਸਟ ਕਰਾ ਕੇ ਹਸਪੀਟਲ 'ਚ ਜੇ ਲੋੜ ਹੈ ਦਾਖਲ ਹੋਣ, ਤਾਂ ਇਸ ਚੀਜ਼ ਤੋਂ ਆਪਾਂ ਬਚ ਸਕਦੇ ਹਾਂ। ਲੁਧਿਆਣਾ ਸ਼ਹਿਰ ਦੇ ਵਿੱਚ ਲਗਾਤਾਰ ਕਰੋਨਾ ਵਾਇਰਸ ਦੇ ਕੇਸਿਸ ਵੱਧਦੇ ਜਾ ਰਹੇ ਨੇ, ਪਰ ਇੱਕ ਰਾਹਤ ਵਾਲੀ ਖਬਰ ਵੀ ਹੈ ਕਿ ਜਿੱਦਾਂ ਕਰੋਨਾ ਦੇ ਕੇਸ ਵੱਧ ਵੀ ਰਹੇ ਨੇ, ਉੱਦਾਂ ਲੋਕ ਠੀਕ ਵੀ ਹੋ ਰਹੇ ਨੇ। ਪਰ ਚਿੰਤਾ ਵਾਲੀ ਗੱਲ ਬਣੀ ਹੋਈ ਹੈ ਇਸ ਟਾਈਮ ਕਰੋਨਾ ਦੇ ਕਾਰਨ ਹੋ ਰਹੀਆਂ ਮੌਤਾਂ ਦੀ। ਪਰ ਮਾਹਰਾਂ ਵੱਲੋਂ ਹਜੇ ਇਹ ਵੀ ਕਿਹਾ ਜਾ ਰਿਹਾ ਕਿ ਸਤੰਬਰ ਮਹੀਨੇ ਦੇ ਵਿੱਚ ਕਰੋਨਾ ਵਾਇਰਸ ਆਪਣੀ ਹੋਰ ਪੀਕ ਤੇ ਆਏਗਾ। ਇਸ ਦੀ ਗੱਲਬਾਤ ਕਰਨ ਲਈ ਸਾਡੇ ਨਾਲ ਸੀਨੀਅਰ ਡਾਕਟਰ ਵਿਸ਼ਵ ਮੋਹਨ ਜੀ ਮੌਜੂਦ ਨੇ। ਪਹਿਲੇ ਦਿਨ ਤੋਂ ਇਹ ਕਰੋਨਾ ਦੇ ਪੇਸ਼ੈਂਟਸ ਨੂੰ ਟ੍ਰੀਟਮੈਂਟ ਦੇ ਰਹੇ ਨੇ, ਸਰਕਾਰ ਦੇ ਵਿੱਚ ਵੀ ਆਪਣੀਆਂ ਸਲਾਹਾਂ ਦੇ ਰਹੇ ਨੇ ਸਮੇਂ ਸਿਰ ਕਿ ਕੀ ਅੱਗੇ ਸਟੈਪਸ ਲੈਣੇ ਚਾਹੀਦੇ ਸਰਕਾਰ ਨੂੰ। ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ। ਸਰ ਸਭ ਤੋਂ ਪਹਿਲਾਂ ਬਹੁਤ ਥੈਂਕ ਯੂ, ਤੁਸੀਂ ਟਾਈਮ ਦਿੱਤਾ ਆਪਣਾ। ਥੈਂਕ ਯੂ ਸਰ। ਕਰੋਨਾ ਵਾਇਰਸ ਦੇ ਕੇਸ ਲਗਾਤਾਰ ਦਿਨੋਂ ਦਿਨ ਵੱਧ ਰਹੇ ਨੇ, ਪੇਸ਼ੈਂਟਸ ਠੀਕ ਵੀ ਹੋ ਰਹੇ ਨੇ। ਚਿੰਤਾ ਦੀ ਗੱਲ ਬਣੀ ਹੋਈ ਹੈ ਕਰੋਨਾ ਕਾਰਨ ਹੋ ਰਹੀਆਂ ਮੌਤਾਂ, ਉਹ ਕਿਸ ਤਰ੍ਹਾਂ ਸਰ ਕੰਟਰੋਲ ਹੋਏਗਾ? ਜੋ ਵੀ ਮਹਾਮਾਰੀ ਹੁੰਦੀ ਹੈ ਉਹਦਾ ਇਹੀ ਟ੍ਰੈਂਡ ਹੁੰਦਾ ਕਿ ਜਿਹੜਾ ਪਹਿਲਾਂ ਜਿਹੜੇ ਡਿਜ਼ੀਜ਼ ਹੈਗਾ ਉਹਦੇ ਕੇਸਿਸ ਵੱਧਦੇ ਨੇ। ਕੋਈ ਵੀ ਮਹਾਮਾਰੀ ਪੂਰੇ ਵਰਲਡ 'ਚ ਇੱਦਾਂ ਹੋਇਆ, ਫਿਰ ਉਹ ਆਪਣੀ ਪੀਕ 'ਤੇ ਆਉਂਦੀ ਹੈ, ਉਸ ਪੀਕ ਤੋਂ ਬਾਅਦ ਉਹ ਨੀਚੇ ਜਾਂਦੀ ਹੈ। ਕਈ ਕੰਟਰੀਜ਼ ਦੇ ਵਿੱਚ ਜਿਹੜੀ ਡੈਥ ਰੇਟ ਸੀਗੀ ਉਹ ਬਹੁਤ ਜ਼ਿਆਦਾ ਸੀ। ਤੁਸੀਂ ਦੇਖਿਆ ਹੋਗਾ ਬੈਲਜੀਅਮ, ਯੂਰਪ ਦੇ ਕਈ ਕੰਟਰੀਜ਼, ਅਮਰੀਕਾ, ਆਪਣੇ ਨਾਲੋਂ 7 ਤੋਂ 8 ਗੁਣਾ ਡੈਥ ਰੇਟ ਸੀ। ਲੱਕੀਲੀ ਇੰਡੀਆ 'ਚ ਪ੍ਰੋਬੇਬਲੀ ਮੇਬੀ ਲੋਕਡਾਊਨ ਹੋਇਆ ਪਹਿਲਾਂ, ਪ੍ਰਪੇਅਰਡ ਹੋਏ ਤੇ ਇੱਕ ਟ੍ਰੀਟਮੈਂਟ ਜਿਹੜਾ ਉੱਥੋਂ ਦਾ ਸੀਗਾ ਸਾਨੂੰ ਪਤਾ ਲੱਗ ਵੀ ਗਿਆ, ਤਾਂ ਉਹਦੇ ਨਾਲ ਜਿਹੜੀ ਡੈਥ ਰੇਟ ਹੈ ਉਨੀ ਜ਼ਿਆਦਾ ਨਹੀਂ ਹੈ ਜਿੰਨੀ ਕਿ ਬਾਕੀ ਕੰਟਰੀਜ਼ ਸੀਗੀ। ਪਰ ਫਿਰ ਵੀ ਤੁਹਾਡੀ ਗੱਲ ਠੀਕ ਹੈ ਕਿ ਡੈਥ ਰੇਟ ਹੈ, ਕੋਈ ਵੀ ਡੈਥ ਹੈ ਚਾਹੇ ਉਹ 1% ਹੈ, ਉਹ ਵੀ ਸਾਨੂੰ ਬੁਰੀ ਲੱਗਦੀ ਹੈ ਹਰ ਇੱਕ ਬੰਦਾ, ਕਿਉਂਕਿ ਯੰਗ ਏਜ 'ਚ ਵੀ ਇਹ ਹੁੰਦੀ ਹੈ। ਸੋ ਜਿਹੜੀ ਉਹ ਡੈਥ ਰੇਟ ਦਾ ਕਾਰਨ ਸਿਰਫ 2 ਹੀ ਹੈ। ਇੱਕ ਕਾਰਨ ਜੋ ਸਾਨੂੰ ਲੱਗ ਰਿਹਾ ਸਾਰੇ ਬੰਦਿਆਂ ਨੂੰ ਕਿ ਜੋ ਪੇਸ਼ੈਂਟ ਹੈ ਉਹ ਲੇਟ ਆ ਰਿਹਾ। ਤਾਂ ਜੇ ਕਈ ਪੇਸ਼ੈਂਟ ਅਨਫੋਰਚੂਨੇਟਲੀ ਘਰੇ ਟ੍ਰੀਟਮੈਂਟ ਕਰਾਉਂਦੇ ਰਹਿੰਦੇ ਨੇ, ਜਿਨ੍ਹਾਂ ਨੂੰ ਟ੍ਰੀਟਮੈਂਟ ਘਰੇ ਦੀ ਲੋੜ ਨਹੀਂ ਹੁੰਦੀ, ਜਿਨ੍ਹਾਂ ਨੂੰ ਹਸਪੀਟਲ ਦੀ ਲੋੜ ਹੁੰਦੀ ਹੈ, ਉਹਨਾਂ ਲੋਕਾਂ ਨੂੰ ਜੇ ਅਰਲੀ ਪ੍ਰੈਜੈਂਟੇਸ਼ਨ ਕਰਨ ਵਿਦਿਨ 48 ਆਵਰਸ 72 ਆਵਰਸ, ਜੇ ਕੋਵਿਡ ਦਾ ਪੇਸ਼ੈਂਟ ਹੈ, ਉਹਦੇ ਲੱਛਣ ਆਉਂਦੇ ਆ, ਟੈਸਟ ਜਲਦੀ ਕਰਾ ਲੈਂਦਾ ਹੈ ਤੇ ਆਪਣਾ ਟ੍ਰੀਟਮੈਂਟ ਸ਼ੁਰੂ ਕਰਾ ਲੈਂਦਾ, ਜਿਹੜਾ ਕਿ ਬੜਾ ਸਿੰਪਲ ਟ੍ਰੀਟਮੈਂਟ ਹੈ, ਜੋ ਜਲਦੀ ਦਾਖਲ ਹੋ ਜਾਂਦੇ ਤਾਂ ਜਿਹੜੀ ਡੈਥ ਰੇਟ ਹੈ ਫਿਰ 1% ਤੋਂ ਵੀ ਘੱਟ ਜਾਏਗੀ। ਸੋ ਮੈਨੂੰ ਸਾਰੇ ਲੋਕਾਂ ਨੂੰ ਇਹੀ ਅਪੀਲ ਹੈ ਕਿ ਜਿਨ੍ਹਾਂ ਨੂੰ ਸਿੰਪਟਮ ਹੈ ਅਰਲੀ ਟੈਸਟਿੰਗ ਕਰਾਉਣ, ਅਰਲੀ ਆਪਣੇ ਡਾਕਟਰ ਦੀ ਸਲਾਹ ਲੈਣ ਤੇ ਜੇ ਦਾਖਲ ਹੋਣ ਦੀ ਵੀ ਲੋੜ ਹੈ ਤਾਂ ਜਲਦੀ ਹੋਣ, ਤੇ ਜਲਦੀ ਦਾਖਲ ਹੋਣਗੇ ਜਲਦੀ ਠੀਕ ਹੋਣਗੇ ਤੇ ਡੈਥ ਰੇਟ ਕਾਫੀ ਜ਼ਿਆਦਾ ਘੱਟ ਜਾਏਗੀ। ਸਰ ਲੋਕ ਡਰ ਕਿਉਂ ਰਹੇ ਹੈ ਟੈਸਟ ਕਰਾਉਣ ਤੋਂ? ਸਰਕਾਰ ਲਗਾਤਾਰ ਦੱਸ ਰਹੀ ਹੈ ਕਿ ਤੁਸੀਂ ਟੈਸਟ ਕਰਾਓ, ਅਵੇਅਰ ਕਰ ਰਹੀ ਹੈ। ਸਰਕਾਰ ਨੇ ਜਿਹੜੇ ਸਿਵਲ ਹਸਪੀਟਲਸ ਨੇ ਉੱਥੇ ਟੈਸਟਿੰਗ ਫ੍ਰੀ ਹੈ। ਪ੍ਰਾਈਵੇਟ ਹਸਪੀਟਲਾਂ ਵੱਲੋਂ ਵੀ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਨੇ, ਜਿਸ ਤਰ੍ਹਾਂ ਹੁਣ DMC ਹਸਪੀਟਲ ਨੇ ਵੀ ਇੱਕ ਡਰਾਈਵ ਥਰੂ ਟੈਸਟ ਦੇ ਜਿਵੇਂ ਸ਼ੁਰੂਆਤ ਕੀਤੀ ਹੈ। ਲੋਕ ਡਰ ਕਿਉਂ ਰਹੇ ਨੇ? ਦੇਖੋ, ਟੈਸਟਿੰਗ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ, ਕਿਉਂਕਿ ਜੇ ਟੈਸਟਿੰਗ ਨਹੀਂ ਹੈ ਤਾਂ ਬਿਮਾਰੀ ਨਹੀਂ ਪਤਾ ਲੱਗੇਗੀ, ਤੇ ਇਹ ਬਿਮਾਰੀ ਇਨਫੈਕਸ਼ਨ ਵਾਲੀ ਹੈ ਤਾਂ ਉਹਦੇ ਕੰਟੈਕਟ ਨਹੀਂ ਪਤਾ ਲੱਗਣਗੇ ਤੇ ਉਹ ਚੇਨ ਬ੍ਰੇਕ ਨਹੀਂ ਹੋਏਗੀ। ਸੋ ਟੈਸਟਿੰਗ ਇੰਪੋਰਟੈਂਟ ਹੈ। ਟੈਸਟਿੰਗ ਦੀ ਬਹੁਤ ਜ਼ਿਆਦਾ ਕਾਸਟ ਹੈ, ਬਟ ਫੋਰਚੂਨੇਟਲੀ ਪੂਰੀ ਪੰਜਾਬ ਗਵਰਨਮੈਂਟ ਤੇ ਸਟੇਟ ਜਿਹੜੀ ਸੈਂਟਰਲ ਗਵਰਨਮੈਂਟ ਹੈ ਉਹਨਾਂ ਨੇ ਟੈਸਟਿੰਗ ਫ੍ਰੀ ਕੀਤੀ ਹੋਈ ਹੈ, ਜਿਹਦਾ ਕਿ ਕਾਫੀ ਬਰਡਨ ਹੈ, ਪਰ ਉਹਦਾ ਫਾਇਦਾ ਵੀ ਹੈ, ਕਿਉਂਕਿ ਜੇ ਅਸੀਂ ਅਰਲੀ ਟੈਸਟਿੰਗ ਕਾਫੀ ਜ਼ਿਆਦਾ ਟੈਸਟਿੰਗ ਕਰਾਉਂਦੇ ਹਾਂ ਤਾਂ ਡਿਜ਼ੀਜ਼ ਦੀ ਚੇਨ ਨੂੰ ਬ੍ਰੇਕ ਕਰ ਸਕਦੇ ਹਾਂ। ਲੋਕਾਂ ਦੇ ਵਿੱਚ ਅਨਨੈਸੈਸਰੀਲੀ ਡਰ ਪੈ ਗਿਆ ਸਟਾਰਟਿੰਗ ਦੇ ਵਿੱਚ ਕਿ ਉਹ ਵੈਨ ਆਏਗੀ, ਸਿਵਲ ਹਸਪੀਟਲ ਲੈ ਕੇ ਜਾਣਗੇ, ਇਹ ਹੋ ਜਾਏਗਾ।
ਦੇਖੋ ਉਹ ਵਾਲੀ ਚੀਜ਼ਾਂ ਤਾਂ ਹੁਣ ਆਲਮੋਸਟ ਤੁਹਾਨੂੰ ਪਤਾ ਹੀ ਹੈ ਕਿ ਖਤਮ ਹੀ ਹੋ ਗਈਆਂ। ਤੁਸੀਂ WhatsApp ਉਹ ਜਿਹੜੀ ਐਪ ਹੈ ਉਹਨੂੰ ਔਨ ਕਰਕੇ ਹੀ ਸੈਲਫ ਆਈਸੋਲੇਸ਼ਨ ਕਰਨਾ ਹੈ। ਬਈ ਸੈਲਫ ਆਈਸੋਲੇਸ਼ਨ ਤੁਸੀਂ ਆਪਣੇ ਫਾਇਦੇ ਲਈ ਕਰ ਰਹੇ ਹੋ, ਤੁਸੀਂ ਵੀ ਬਚ ਰਹੇ ਹੋ ਤੇ ਤੁਹਾਡੇ ਬਜ਼ੁਰਗ ਵੀ ਬਚ ਰਹੇ ਨੇ। ਜੇ ਇਨਫੈਕਸ਼ਨ ਵਾਲੀ ਬਿਮਾਰੀ ਹੈ ਥੋੜੀ ਹੈ ਕਿ ਮੈਂ 4 ਦਿਨ 'ਚ ਠੀਕ ਹੋਊਂਗਾ, ਜੇ 14 ਦਿਨ ਹੈ ਤਾਂ 14 ਦਿਨ 'ਚ ਹੀ ਠੀਕ ਹੋਏਗਾ। ਸੋ ਇਹ ਡਰ ਨੂੰ ਖਤਮ ਕਰੋ, ਆਪਣੀ ਟੈਸਟਿੰਗ ਕਰਾਓ, ਜੇ ਪੋਜ਼ਿਟਿਵ ਹੋ ਘਰੇ ਆਈਸੋਲੇਟ ਹੋ, ਥੋੜ੍ਹੇ ਜਿਹੇ ਸੀਰੀਅਸ ਹੋ ਤਾਂ ਹਸਪਤਾਲ 'ਚ ਹੋ। ਤਾਂ ਇਹ ਤਾਂ ਹੋ ਗਈ ਇੰਪੋਰਟੈਂਟ ਚੀਜ਼। ਇਹਦੇ ਵਿੱਚ ਪ੍ਰਾਈਵੇਟ ਸੈਕਟਰ ਤੁਸੀਂ ਦੇਖਿਆ ਹੋਏਗਾ ਕਿ DMC CMC ਤੇ ਬਾਕੀ ਜਿਹੜੇ ਹਸਪੀਟਲ ਮੇਨ ਹਸਪੀਟਲ ਸੀ ਉਹਨਾਂ ਨੇ ਮਾਰਚ ਤੋਂ ਹੀ ਇਹਨਾਂ ਨਾਲ ਕੋਵਿਡ ਨਾਲ ਲੜਾਈ ਲੜਨੀ ਸ਼ੁਰੂ ਕੀਤੀ। ਫਿਰ ਇੱਕ ਗਰੁੱਪ ਬਣਾਇਆ ਜਿਹਨੂੰ ਕਿ ਸੰਜੀਵਨੀ ਗਰੁੱਪ ਕਹਿੰਦਾ ਸੀ, ਮਹਾ ਡਾਕਟਰ ਨੂੰ, ਉਹ ਇੱਕ ਦੂਜੇ ਦੀ ਹੈਲਪ ਕਰ ਰਹੇ ਨੇ ਪੂਰੇ ਪ੍ਰਾਈਵੇਟ ਸੈਕਟਰ ਦੀ। ਤੇ ਦੇਖਿਆ ਗਿਆ ਕਿ ਕਈ ਬਜ਼ੁਰਗ ਹੈ ਜਿਹੜੇ ਘਰੇ ਹੁਣ ਹੋਮ ਟੈਸਟਿੰਗ ਪਿਛਲੇ ਕੁਝ ਦਿਨਾਂ ਤੋਂ ਬੰਦ ਹੋਈ ਹੈ, ਪਰ ਉਹਦੇ ਵਾਸਤੇ ਫਿਰ DMC ਵਾਲਿਆਂ ਨੇ ਕੀ ਸੋਚਿਆ ਕਿ ਇੱਕ ਡਰਾਈਵ ਵੇ ਕੀਤਾ ਜਾਵੇ। ਮੰਨ ਲਓ ਹੁਣ ਪਿੱਛੇ ਦੇ ਇੱਕ ਸਾਡੇ 100 ਸਾਲ ਦੇ ਬਜ਼ੁਰਗ ਸੀਗੇ, ਉਹਨਾਂ ਨੂੰ ਤਾਂ ਹੁਣ ਘਰੇ ਜਾਣਾ ਸਾਡੇ ਲਈ ਸਭ ਲਈ ਇੰਪੋਸੀਬਲ ਹੋ ਗਿਆ, ਤਾਂ ਉਹਨਾਂ ਨੂੰ ਕਾਰ 'ਚ ਹੀ ਬਿਠਾਇਆ, ਕਾਰ ਦੇ ਵਿੱਚ ਹੀ ਸਾਡੇ ਬੱਚਿਆਂ ਨੇ ਉੱਥੇ ਹੀ ਸੈਂਪਲ ਲੈ ਲਿਆ ਤਾਂ ਕਿ ਉਹ ਡਰਾਈਵ ਵੇ ਹੋ ਗਿਆ। ਉਹ ਜਿਹੜੇ ਹਸਪੀਟਲ ਦੀ ਅੱਗੇ ਸਾਈਡ 'ਤੇ ਹੈ ਜਿਹੜੀ ਕਿ ਬੜੀ ਈਜ਼ੀ ਅਤੇ ਕੰਫਰਟੇਬਲ ਹੈ। ਪਰਟੀਕੂਲਰਲੀ ਅਸੀਂ ਰੱਖਿਆ ਜਿਹੜੇ ਬਜ਼ੁਰਗ ਹੈ, ਜਿਹੜੇ ਨਹੀਂ ਚੱਲ ਫਿਰ ਸਕਦੇ ਜਾਂ ਪ੍ਰੈਗਨੈਂਟ ਲੇਡੀਜ਼ ਹੈ, ਉਹਨਾਂ ਵਾਸਤੇ ਇਹ ਫੈਸਿਲਿਟੀ ਦਿੱਤੀ ਹੈ ਕਿ ਉਹ ਕਾਰ 'ਚ ਹੀ ਬੈਠਣ ਅਤੇ ਉਹਦੇ 'ਚ ਹੀ ਸੈਂਪਲਿੰਗ ਹੋ ਸਕੇ। ਸਰ ਸਤੰਬਰ 'ਚ ਲਗਾਤਾਰ ਮਾਹਰਾਂ ਵੱਲੋਂ ਕਿਹਾ ਜਾ ਰਿਹਾ ਕਿ ਪੀਕ ਆਏਗੀ ਕਰੋਨਾ ਵਾਇਰਸ ਦੇ ਕੇਸਾਂ ਦੀ। ਉਹ ਸਰ ਕਿਸ ਤਰ੍ਹਾਂ ਮਤਲਬ ਕੀ ਉਹਦੇ ਪਿੱਛੇ ਕਾਰਨ ਰਹਿਣਗੇ ਪੀਕ ਦੇ? ਕਿਤੇ ਜਿਸ ਤਰ੍ਹਾਂ ਹੁਣ ਮੌਨਸੂਨ ਤੋਂ ਬਾਅਦ ਡੇਂਗੂ ਚਿਕਨਗੁਨੀਆ ਆਉਂਦਾ, ਉਹਨਾਂ ਕਰਕੇ ਤਾਂ ਨਹੀਂ ਮਾਹਰ ਕਹਿ ਰਹੇ ਕਿ ਜਦੋਂ ਦੋਨੋਂ ਬਿਮਾਰੀਆਂ ਨਾਲ ਰਲ ਜਾਣਗੀਆਂ ਇਸੇ ਕਰਕੇ ਪੀਕ ਆਏਗੀ? ਦੇਖੋ ਇਹ ਬਿਮਾਰੀ ਦੇਖੋ ਫਸਟ ਟਾਈਮ ਹੋਈ ਹੈ, ਕਿਸੇ ਨੂੰ ਇਸ ਬਿਮਾਰੀ ਦੀ ਐਗਜ਼ੈਕਟ ਨੇਚਰ ਕਿਸੇ ਨੂੰ ਨਹੀਂ ਪਤਾ, ਪੂਰੇ ਵਰਲਡ 'ਚ ਨਹੀਂ ਪਤਾ। ਇਹ ਆਪਣਾ ਰੰਗ ਰੂਪ ਚੇਂਜ ਕਰ ਰਹੀ ਹੈ ਬਿਮਾਰੀ, ਇਹ ਗੁਰੀਲਾ ਦੀ ਤਰ੍ਹਾਂ ਵੀ ਲੜਾਈ ਕਰਦੀ ਹੈ। ਇਹ ਵਾਇਰਸ ਸਹੀ ਹੈ ਇਸ ਤਰ੍ਹਾਂ ਦਾ, ਪਰ ਆਪਾਂ ਐਕਸਪੀਰੀਅੰਸ ਕਹਿ ਸਕਦੇ ਹਾਂ ਜਿਹੜੀਆਂ ਬਾਕੀ ਕੰਟਰੀਜ਼ ਦਾ ਕਿ ਇੱਕ ਵਾਰੀ ਟੈਸਟ ਇਹ ਜਦੋਂ ਮਲਟੀਪਲੀਕੇਸ਼ਨ ਹੈ, ਜਦੋਂ ਇਨਫੈਕਸ਼ਨ ਹੋ ਗਈ ਇੱਕ ਤੋਂ ਦੂਜੀ ਹੋ ਗਈ, ਦੂਜੀ ਤੋਂ ਹੋ ਗਈ, ਤਾਂ ਉਹਦੇ ਅਗੇਂਸਟ ਕੁਝ ਐਂਟੀਬੋਡੀਜ਼ ਵੀ ਬਣ ਜਾਂਦੀਆਂ ਨੇ। ਤਾਂ ਜਦੋਂ 30-40% ਐਂਟੀਬੋਡੀਜ਼ ਪਾਪੂਲੇਸ਼ਨ 'ਚ ਬਣ ਜਾਂਦੀਆਂ ਤਾਂ ਪੀਕ ਉਹਦੇ ਲੱਗਦਾ ਕਿ ਇਹ ਪੀਕ ਆ ਗਈ। ਫਿਰ ਉਹ ਕਿਉਂਕਿ ਉਹਨਾਂ 'ਚ ਵੀ ਇਮਿਊਨਿਟੀ ਹੋ ਜਾਂਦੀ ਹੈ ਤਾਂ ਉਹ ਬਿਮਾਰੀ ਦੇ ਜਿਹੜੇ ਟੈਸਟ ਹੈ ਉਹ ਹੈਗੇ ਨੇ ਪੋਜ਼ਿਟਿਵਿਟੀ ਹੈ ਉਹ ਘਟਣੀ ਸ਼ੁਰੂ ਹੋ ਜਾਂਦੀ ਹੈ, ਇਨਫੈਕਸ਼ਨ ਘਟਣੀ ਸ਼ੁਰੂ ਹੋ ਜਾਂਦੀ ਹੈ। ਉਸ ਪੀਕ ਦੇ ਵਿੱਚ ਜਿਹੜੀ ਪੀਕ ਦੀ ਇੰਪੋਰਟੈਂਸ ਕਿਉਂ ਹੈ? ਕਿਉਂਕਿ ਤੁਹਾਡੇ ਇੱਕਦਮ ਨੰਬਰ ਵੱਧਦੇ ਨੇ ਅਤੇ ਤੁਹਾਡੀ ਉਹਦੀ ਪ੍ਰਪੋਰਸ਼ਨੇਟ 'ਚ ਸੀਰੀਅਸ ਮਰੀਜ਼ ਵੀ ਆਉਂਦੇ ਆ ਅਤੇ ਹਸਪੀਟਲ 'ਚ ਓਵਰ ਕਰਾਊਡਿੰਗ ਹੋ ਜਾਂਦੀ ਹੈ। ਬਟ ਇਹ ਹੋਇਆ ਸਾਡੇ ਨਾਲ ਵੀ ਹੋਇਆ ਪੰਜਾਬ ਦੇ ਵਿੱਚ, ਪਰ ਪਿਛਲੇ 2 ਹਫ਼ਤਿਆਂ ਤੋਂ ਮੇਰੇ ਖਿਆਲ ਪ੍ਰਾਈਵੇਟ ਸੈਕਟਰ ਅਤੇ ਗਵਰਨਮੈਂਟ ਸੈਕਟਰ ਨੇ ਮਿਲ ਕੇ ਬੈੱਡ ਕਪੈਸਿਟੀ, ਜੇ ਅਸੀਂ ਲੁਧਿਆਣੇ ਦੀ ਗੱਲ ਕਰੀਏ ਤਾਂ ਆਲਮੋਸਟ 4-5 ਗੁਣਾ ਵੱਧ ਗਈ ਹੈ। ਸੋ ਜਿਹੜੇ ਸੀਰੀਅਸ ਮਰੀਜ਼ ਵਾਸਤੇ ਉਹਨਾਂ ਲਈ ਐਬਜ਼ੌਰਪਸ਼ਨ ਹੈ ਅਤੇ ਉਹਦੇ ਵਾਸਤੇ ਇੱਕ ਹਸਪੀਟਲ ਬੈੱਡ ਮੈਨੇਜਮੈਂਟ ਐਪ ਵੀ ਹੈ। ਤੁਸੀਂ ਔਨਲਾਈਨ ਵੀ ਪਤਾ ਕਰ ਸਕਦੇ ਹੋ ਕਿ ਬੈੱਡ ਕਿੱਥੇ ਖਾਲੀ ਹੈ ਅਤੇ ਉੱਥੇ ਜਾ ਸਕਦੇ ਹੋ। ਸਰ ਜਿਸ ਤਰ੍ਹਾਂ ਆਪਾਂ ਦਿੱਲੀ ਦੀ ਗੱਲ ਕਰੀਏ, ਦਿੱਲੀ ਦੇ ਵਿੱਚ ਇੱਕੋ ਦਮ ਕਰੋਨਾ ਵਾਇਰਸ ਦੇ ਕੇਸ ਵਧੇ, ਮੌਤਾਂ ਦੀ ਗਿਣਤੀ 'ਚ ਵਾਧਾ ਹੋਇਆ, ਪਰ ਹੁਣ ਇੱਕੋ ਦਮ ਜਿਹੜਾ ਉਹਨਾਂ ਦਾ ਗ੍ਰਾਫ ਹੈ ਉਹ ਨੀਚੇ ਆਉਣਾ ਸ਼ੁਰੂ ਹੋ ਗਿਆ। ਜਿਸ ਤਰ੍ਹਾਂ ਤੁਸੀਂ ਵੀ ਕਹਿ ਰਹੇ ਹੋ ਕਿ ਇੱਕ ਵਾਰੀ ਮਹਾਮਾਰੀ ਪੀਕ ਤੇ ਜਾਂਦੀ ਹੈ, ਉਸ ਤੋਂ ਬਾਅਦ ਉਹ ਡਾਊਨ ਆਉਣਾ ਸ਼ੁਰੂ ਹੋ ਜਾਂਦੀ ਹੈ। ਦਿੱਲੀ ਦੇ ਵਿੱਚ ਪੀਕ ਤੇ ਆ ਕੇ ਦੁਬਾਰਾ ਨੀਚੇ ਆਉਣਾ ਸ਼ੁਰੂ ਹੋ, ਹੁਣ ਪੰਜਾਬ ਦੀ ਵਾਰੀ ਹੈ ਉੱਦਾਂ ਹੀ। ਦੇਖੋ ਦਿੱਲੀ ਵਾਲਾ ਬੜਾ ਇੰਪੋਰਟੈਂਟ ਹੈ ਔਰ ਇਹਦੇ ਵਿੱਚ ਮੈਨੂੰ ਇੱਕ ਥੋੜ੍ਹਾ ਜਿਹਾ ਪਿਛਲੇ 3-4 ਦਿਨਾਂ ਤੋਂ ਥੋੜ੍ਹੀ ਸਟ੍ਰੈਸ ਵੀ ਹੈ ਦਿੱਲੀ ਦੀ ਰਿਪੋਰਟਾਂ ਦੇਖ ਕੇ। ਸਟਾਰਟਿੰਗ 'ਚ ਬਿਲਕੁਲ ਇੱਦਾਂ ਹੋਇਆ ਕਿ ਉਹਨਾਂ ਦੀ ਪੀਕ ਹੋਈ, ਉਹਨਾਂ ਦੀਆਂ ਡੈਥ ਰੇਟ ਸਾਡੇ ਨਾਲੋਂ 2 ਗੁਣਾ ਜ਼ਿਆਦਾ ਸੀ ਦਿੱਲੀ ਵਾਲਿਆਂ ਦੀਆਂ। ਉੱਥੇ ਬੈੱਡਸ ਵੀ ਨਹੀਂ ਮਿਲ ਰਹੇ ਸੀ, ਪਰ ਪੰਜਾਬ ਲੱਕੀਲੀ ਰਿਹਾ ਕਿ ਬੈੱਡਸ ਦੀ ਪ੍ਰੋਬਲਮ ਆਈ, ਥੋੜ੍ਹੀ ਜਿਹੀ ਦੇਰ ਲਈ ਪਰ ਉਹ ਸੈਟਲ ਹੋ ਗਈ। ਸੋ ਇਹਦਾ ਮਤਲਬ ਅਸੀਂ ਪੀਕ ਨੂੰ ਪੰਜਾਬ ਵਾਲੇ ਛੇਤੀ ਹੈਂਡਲ ਕਰ ਪਾਏ। ਇਹ ਬੜੀ ਇੰਪੋਰਟੈਂਟ ਚੀਜ਼ ਹੈ, ਈਜ਼ੀ ਹੋ ਰਿਹਾ, ਜਿਹੜੀ ਪੀਕਿੰਗ ਹੈ ਉਹਨੂੰ ਹੈਂਡਲ ਕਰ ਰਹੇ ਹਾਂ। ਪਰ ਇੱਕ ਚੀਜ਼ ਹੋਰ ਵੀ ਹੈ, ਜੇ ਅਸੀਂ ਵੇਟ ਕਰਦੇ ਰਹੇ ਵੀ ਪੀਕ ਹੋ ਗਈ, ਫਿਰ ਉੱਦਾਂ ਹੀ ਘੁੰਮਣਾ ਫਿਰਨਾ ਸ਼ੁਰੂ ਕਰਤਾ, ਪਾਰਟੀਆਂ ਸ਼ੁਰੂ ਕਰਤੀਆਂ, ਮਾਸਕ ਨਾ ਪਾਉਣਾ ਸ਼ੁਰੂ ਕੀਤਾ, ਇਹ ਦੁਬਾਰਾ ਆ ਜਾਏਗੀ। ਤੁਸੀਂ ਦੇਖਿਆ ਹੋਵੇਗਾ ਕਿ ਦਿੱਲੀ 'ਚ ਪਿਛਲੇ 4-5 ਦਿਨਾਂ ਤੋਂ ਕੇਸਿਸ ਕੁਝ ਵੱਧ ਰਹੇ ਨੇ। ਇੱਕ ਵਾਰ 700-800 ਰਹਿ ਗਿਆ ਸੀ, ਹੁਣ ਕੱਲ੍ਹ ਪਰਸੋਂ 1800 ਸੀਗਾ ਕੇਸ। ਸੋ ਇਹ ਜਿਹੜਾ ਰਿਬਾਊਂਡ ਹੈ ਉਹ ਤਾਂ ਹੈ ਕਿ ਜੇ ਅਸੀਂ ਫਿਰ ਅਣਗਹਿਲੀਆਂ ਕਰ ਲਾਂਗੇ, ਫਿਰ ਉਹੀ ਗਲਤੀਆਂ ਕਰਾਂਗੇ, ਫਿਰ ਇਹ ਬਿਮਾਰੀ ਲਗਾਤਾਰ ਆਪਣੇ ਨਾਲ ਰਹੇਗੀ 6 ਮਹੀਨੇ ਸਾਲ। ਸੋ ਜੇ ਇਸ ਤੋਂ ਬਚਣਾ ਹੈ, ਪੀਕਿੰਗ ਲਈ ਸਾਡੇ ਕੋਲੇ ਸਾਰਾ ਕੁਝ ਹੈ, ਪਰ ਲੋਕਾਂ ਦੇ ਸਾਥ ਬਹੁਤ ਜ਼ਿਆਦਾ ਜ਼ਰੂਰੀ ਹੈ। ਸਰ ਸਿਹਤ ਵਿਭਾਗ 'ਚ ਵੀ ਤੁਸੀਂ ਸਰਕਾਰ ਦਾ ਅਹਿਮ ਰੋਲ ਨਿਭਾ ਰਹੇ ਹੋ। ਪੂਰੇ ਪੰਜਾਬ ਦੇ ਵਿੱਚ ਤੁਹਾਡੀਆਂ ਸਲਾਹਾਂ ਦੇ ਨਾਲ ਲਿੱਤੀਆਂ ਜਾਂਦੀਆਂ ਨੇ ਕਿ ਕੀ ਕੀਤਾ ਜਾਵੇ ਅੱਗੇ, ਅਤੇ ਤੁਸੀਂ ਹੁਣ ਕੀ ਗਵਰਨਮੈਂਟ ਨੂੰ ਸਲਾਹ ਦੇ ਰਹੇ ਹੋ? ਤੁਸੀਂ ਕੋਈ ਇੱਦਾਂ ਮਤਲਬ ਲੋਕਡਾਊਨ ਨੂੰ ਵੀ ਸਮਝਦੇ ਹੋ ਕਿ ਹੁਣ ਜਿਸ ਤਰ੍ਹਾਂ ਪੀਕ ਆਉਣੀ ਹੈ, ਕਿ ਸਰਕਾਰ ਨੂੰ ਤੁਸੀਂ ਕੋਈ ਸਲਾਹ ਦਿੱਤੀ ਐਵੇਂ ਦੀ ਕਿ ਲੋਕਡਾਊਨ ਲਗਾ ਦੇਣਾ ਚਾਹੀਦਾ? ਦੇਖੋ ਮੈਂ ਇੱਕ ਐਜ ਏ ਵੋਲੰਟੀਅਰ ਗਵਰਨਮੈਂਟ ਨਾਲ ਅਤੇ ਬਾਕੀ ਪ੍ਰਾਈਵੇਟ ਸੈਕਟਰ ਨਾਲ ਕੰਮ ਕਰ ਰਿਹਾ 5-6 ਮਹੀਨੇ ਤੋਂ। ਕੁਝ ਪਹਿਲਾਂ ਆਪਣਾ ਸੂਬਾ ਹਸਪੀਟਲ 'ਚ ਹਾਰਟ ਵਾਲਾ ਕਰਦਾ ਅਤੇ ਨਾਲ ਇਹਦੇ ਵੋਲੰਟੀਅਰ ਡਿਊਟੀ ਕਰ ਰਿਹਾ, ਅਤੇ ਮੈਂ ਆਪਣੇ ਸੁਜੈਸ਼ਨਸ ਆ ਸਾਰਿਆਂ ਨੂੰ ਭੇਜ ਦਿੰਦਾ। ਪ੍ਰੋਫੈਸਰ ਕੇ ਤਲਵਾਰ ਹੈ ਜੋ ਗਵਰਨਮੈਂਟ ਦੇ ਐਡਵਾਈਜ਼ਰ ਨੇ, ਅਤੇ ਸਰ ਨੂੰ ਵੀ ਅਸੀਂ ਆਪਣੀ ਸਲਾਹ ਭੇਜਦੇ ਹਾਂ। ਤਾਂ ਦੇਖੋ ਲੋਕਡਾਊਨ ਇਸ ਚੀਜ਼ ਦਾ ਸੋਲੂਸ਼ਨ ਨਹੀਂ ਹੈ। ਤੁਸੀਂ ਦੇਖੋ ਲੋਕਡਾਊਨ ਨਾਲ ਆਪਾਂ ਕੁਝ ਕੇਸ ਬਚਾ ਸਕਦੇ ਹਾਂ, ਪਰ ਹਜ਼ਾਰਾਂ ਕੇਸ ਅਨਇੰਪਲੋਇਮੈਂਟ ਹੋਰ ਉਹਦੀਆਂ ਇਕਨੋਮਿਕ ਕੰਪਲੀਕੇਸ਼ਨਸ ਨੇ। ਇਸ ਟਾਈਮ ਸਾਨੂੰ ਲੋਕਡਾਊਨ ਦੀ ਅੱਜ ਦੀ ਘੜੀ ਤਾਂ ਲੋੜ ਨਹੀਂ ਹੈ, ਪਰ ਜੇ ਬਿਮਾਰੀ ਹੱਥੋਂ ਹੀ, ਕੱਲ੍ਹ ਦਾ ਕੁਝ ਨਹੀਂ ਪਤਾ, ਬਿਮਾਰੀ ਹੱਥੋਂ ਬਾਹਰ ਵੜ ਗਈ ਤਾਂ ਲੋਕਡਾਊਨ ਲਗਾਉਣਾ ਪੈ ਸਕਦਾ। ਪਰੰਤੂ ਜੇ ਸ਼ਹਿਰ ਵਾਸੀ ਜਾਂ ਲੋਕ ਪੰਜਾਬ ਦੇ ਹਲੇ ਵੀ ਸਮਝ ਜਾਣ, ਪ੍ਰੀਵੈਂਸ਼ਨ ਵੱਲ ਧਿਆਨ ਰੱਖਣ, ਪ੍ਰੋਪਰ ਮਾਸਕਿੰਗ ਰੱਖਣ, ਸੋਸ਼ਲ ਡਿਸਟੈਂਸਿੰਗ ਰੱਖਣ, ਓਵਰ ਕਰਾਊਡਿੰਗ ਨਾ ਕਰਨ, ਅਰਲੀ ਟੈਸਟ ਕਰਾ ਕੇ ਹਸਪੀਟਲ 'ਚ ਜੇ ਲੋੜ ਹੈ ਦਾਖਲ ਹੋਣ,
ਤਾਂ ਇਹ ਇਸ ਚੀਜ਼ ਤੋਂ ਆਪਾਂ ਬਚ ਸਕਦੇ ਹਾਂ, ਕਿਉਂਕਿ ਲੋਕਡਾਊਨ ਸਾਰੀ ਉਮਰ ਤਾਂ ਨਹੀਂ ਅਸੀਂ ਅੰਦਰ ਰਹਿ ਸਕਦੇ, ਸੋ ਬਹੁਤ ਇੰਪੋਸੀਬਲ ਹੈ। ਸੋ ਲੋਕਡਾਊਨ ਆਪਾਂ ਨੂੰ ਨਾ ਹੀ ਆਏ, ਰੱਬ ਵੱਲੋਂ ਪ੍ਰੇਅਰ ਕਰੋ ਸਾਰੇ ਬੰਦੇ। ਬਹੁਤ ਬਹੁਤ ਧੰਨਵਾਦ ਜੀ। ਤਾਂ ਇਹ ਸਨ ਸਾਡੇ ਨਾਲ ਡੀਐਮਸੀ ਹਸਪਤਾਲ ਦੇ ਸੀਨੀਅਰ ਡਾਕਟਰ ਵਿਸ਼ਨ ਮੋਹਨ ਜੀ, ਜਿਨ੍ਹਾਂ ਨੇ ਪਿਛਲੇ 5 ਮਹੀਨਿਆਂ ਤੋਂ ਜਦੋਂ ਦਾ ਪੰਜਾਬ ਦੇ ਵਿੱਚ ਕਰੋਨਾ ਵਾਇਰਸ ਸ਼ੁਰੂ ਹੋਇਆ ਉਦੋਂ ਦੇ ਸਰਕਾਰ ਨੂੰ ਆਪਣੇ ਸੁਝਾਅ ਵੀ ਦਿੱਤੇ ਨੇ। ਲਗਾਤਾਰ ਕਰੋਨਾ ਵਾਇਰਸ ਦੇ ਪੇਸ਼ੈਂਟ ਦਾ ਟ੍ਰੀਟਮੈਂਟ ਵੀ ਕਰ ਰਹੇ ਨੇ। ਸਭ ਤੋਂ ਵੱਧ ਕਰੋਨਾ ਵਾਇਰਸ ਦੇ ਜਿਹੜੇ ਪੇਸ਼ੈਂਟ ਨੇ ਇਹਨਾਂ ਨੇ ਟ੍ਰੀਟਮੈਂਟ ਦਿੱਤਾ, ਉਹਨਾਂ ਨੂੰ ਬਹੁਤ ਮਾਹਰ ਨੇ। ਤੇ ਇਹਨਾਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਹੁਣ ਕਰੋਨਾ ਵਾਇਰਸ ਦੀ ਪੀਕ ਹਜੇ ਆਉਣੀ ਹੈ, ਲੋਕ ਪੀਕ ਸਮਝ ਕੇ ਜਾਂ ਉਸ ਤੋਂ ਬਾਅਦ ਜੇ ਗ੍ਰਾਫ ਘਟਦਾ ਤਾਂ ਲੋਕ ਫਿਰ ਉੱਦਾਂ ਹੀ ਓਵਰ ਕਰਾਊਡਿੰਗ ਨਾ ਕਰਨ, ਮਾਸਕ ਪਾ ਕੇ ਰੱਖਣ, ਆਪਣਾ ਧਿਆਨ ਰੱਖਣ, ਪ੍ਰੀਕਾਸ਼ਨਸ ਜੋ ਨੇ ਕੋਵਿਡ-19 ਦੇ ਉਹ ਲੈ ਕੇ ਰੱਖਣ। ਤਾਂ ਵਧੇਰੇ ਅਪਡੇਟਸ ਲਈ ਸਾਡੇ ਨਾਲ ਜੁੜੇ ਰਹੋ। ਲੁਧਿਆਣਾ ਤੋਂ ਸਨਮਜੀਤ ਸਿੰਘ, ਕੈਮਰਾਮੈਨ ਸਤਵੰਤ ਮਠਾੜੂ ਦੇ ਨਾਲ ਲੁਧਿਆਣਾ ਟਾਈਮਜ਼। ਵਧੇਰੇ ਜਾਣਕਾਰੀ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪਬਲਿਕ ਟਾਈਮਜ਼ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲੋ।